हाँ जी स्टूडेंट्स, एक बार फिर तो तुहाडा स्वागत। पिछली वीडियो ਦੇ ਵਿੱਚ ਅਸੀਂ ਰਾਸ਼ਟਰੀ ਅੰਦੋਲਨ 1885 ਤੋਂ ਲੈ ਕੇ 1947 ਤੱਕ ਦੇ ਕੀਤੇ ਨੇ ਸਾਰੇ ਡਿਟੇਲ ਦੇ ਵਿੱਚ। ਜਿਹੜੀ ਇਹ ਵੀਡੀਓ ਆ ਇਹ ਇਸੇ ਲੈਸਨ ਦੇ ਆਧਾਰ ਤੇ ਐਮਸੀਕਿਊ ਨੇ ਜਿਹੜੇ ਅਸੀਂ ਕਰਨ ਜਾ ਰਹੇ ਹਾਂ। ਵੈਰੀ ਇੰਪੋਰਟੈਂਟ ਲੈਸਨ ਆ ਇਹ, ਜਿਹਦੇ ਵਿੱਚੋਂ ਕਾਫੀ ਹੱਦ ਤੱਕ ਤੁਹਾਨੂੰ ਉਮੀਦ ਆ ਕਿ ਐਮਸੀਕਿਊ ਦੇ ਵਿੱਚ ਆਉਣਗੇ ਕੁਐਸਚਨ। ਤਾਂ ਵੀਡੀਓ ਨੂੰ ਡਿਟੇਲ ਨਾਲ ਅੰਡਰਸਟੈਂਡ ਕਰੋ। ਸਭ ਤੋਂ ਪਹਿਲਾ ਕੁਐਸਚਨ ਕਰਨ ਲੱਗਿਆ ਸੀ, ਅਮਰੀਕਾ ਵਿੱਚ ਗਦਰ ਪਾਰਟੀ ਦਾ ਸੰਸਥਾਪਕ ਕੌਣ ਸੀ? ਚਾਰ ਨਾਮ ਤੁਹਾਨੂੰ ਦਿੱਤੇ ਹੋਏ ਨੇ। ਸਾਡਾ ਆਨਸਰ ਕੀ ਆ? ਲਾਲਾ ਹਰਦਿਆਲ। ਕਿਸ ਨੇ 1942 ਈਸਵੀ ਦੇ ਕ੍ਰਿਪਸ ਮਿਸ਼ਨ ਦੀਆਂ ਸਲਾਹਾਂ ਨੂੰ ਡੁੱਬਦੇ ਬੈਂਕ ਦਾ ਬਾਅਦ ਦੀ ਮਿਤੀ ਦਾ ਚੈੱਕ ਦੱਸਿਆ? ਡੁੱਬਦੇ ਬੈਂਕ ਦਾ ਬਾਅਦ ਦੀ ਮਿਤੀ ਦਾ ਚੈੱਕ ਕਿਸ ਨੇ ਕਿਹਾ? ਮਹਾਤਮਾ ਗਾਂਧੀ ਨੇ। ਸਰੋਜਨੀ ਨਾਇਡੂ ਨੇ ਕਿਸ ਨੂੰ ਗਾਂਧੀ ਕਾਲ ਦੇ ਸ਼ੁਰੂਆਤੀ ਸਾਲਾਂ ਦੌਰਾਨ ਹਿੰਦੂ ਮੁਸਲਿਮ ਏਕਤਾ ਦੇ ਰਾਜਦੂਤ ਦੇ ਤੌਰ ਤੇ ਸੰਬੋਧਿਤ ਕੀਤਾ? ਸਾਡਾ ਆਨਸਰ ਆਊਗਾ ਮੁਹੰਮਦ ਅਲੀ ਜਿਨਾਹ ਨੂੰ। ਰੋਲਟ ਐਕਟ ਡੈਸ਼ ਵਿੱਚ ਪਾਸ ਹੋਇਆ? ਕਿੰਨੇ ਵਿੱਚ ਪਾਸ ਹੋਇਆ ਸੀ ਰੋਲਟ ਐਕਟ? 1919 ਵਿੱਚ। ਜਲਿਆਂਵਾਲੇ ਬਾਗ ਦੀ ਘਟਨਾ ਹੈ ਜਿਹੜੀ ਇਸੇ ਦੌਰਾਨ ਵਾਪਰੀ ਸੀਗੀ। ਸਵਰਾਜ ਪਾਰਟੀ ਨੇ ਡੈਸ਼ ਵਿੱਚ ਚੋਣਾਂ ਵਿੱਚ ਭਾਗ ਲਿਆ? ਸਾਡਾ ਆਨਸਰ ਕੀ ਆਊਗਾ? 1923 ਤੇ 1926। 1923 ਈਸਵੀ ਵਿੱਚ ਸਵਰਾਜ ਪਾਰਟੀ ਨੇ ਡੈਸ਼ ਵਿੱਚ ਪੂਰਨ ਬਹੁਮਤ ਪ੍ਰਾਪਤ ਕੀਤਾ? ਸੀਪੀ ਪਰਿਸ਼ਦ ਵਿੱਚ। ਸੰਵਿਧਾਨ ਦੀ ਖਰੜਾ ਕਮੇਟੀ ਦਾ ਚੇਅਰਮੈਨ ਕੌਣ ਸੀ? BR ਅੰਬੇਦਕਰ। ਪੰਜਾਬ ਕੇਸਰੀ ਦਾ ਖਿਤਾਬ ਕਿਸ ਨੂੰ ਮਿਲਿਆ? ਲਾਲਾ ਲਾਜਪਤ ਰਾਏ ਨੂੰ। ਸਨ 1930 ਵਿੱਚ ਪਹਿਲੀ ਗੋਲ ਮੇਜ਼ ਕਾਨਫਰੰਸ ਵਿੱਚ ਭਾਰਤ ਦਾ ਪ੍ਰਤੀਨਿਧਤਵ ਕਿਸ ਨੇ ਕੀਤਾ? ਜਿਨਾਹ ਨੇ, ਨਹਿਰੂ ਨੇ, ਗਾਂਧੀ ਨੇ, ਕਿਸੇ ਨੇ ਨਹੀਂ। ਹੇਠ ਲਿਖਿਆਂ ਵਿੱਚੋਂ ਜਲਿਆਂਵਾਲਾ ਬਾਗ ਹੱਤਿਆਕਾਂਡ ਦੇ ਸਮੇਂ ਪੰਜਾਬ ਦਾ ਗਵਰਨਰ ਕਿਹੜਾ ਸੀ? 1940 ਈਸਵੀ ਵਿੱਚ ਊਧਮ ਸਿੰਘ ਦੁਆਰਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਿਹੜਾ ਸੀਗਾ ਇਹਨਾਂ ਦੇ ਵਿੱਚੋਂ? ਮਾਈਕਲ ਓਡਾਇਰ। ਗਾਂਧੀ ਜੀ ਦਾ ਚੰਪਾਰਨ ਅੰਦੋਲਨ ਸੀ? ਚੰਪਾਰਨ ਅੰਦੋਲਨ ਕੀ ਸੀਗਾ ਇਹ? ਨੀਲ ਉਤਪਾਦਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ। ਦੂਜੀ ਗੋਲਮੇਜ਼ ਕਾਨਫਰੰਸ ਜੋ 1931 ਵਿੱਚ ਹੋਈ, ਵਿੱਚ ਕਾਂਗਰਸ ਦੇ ਕਿਹੜੇ ਇਕੱਲੇ ਪ੍ਰਤੀਨਿਧੀ ਨੇ ਭਾਗ ਲਿਆ? ਮਹਾਤਮਾ ਗਾਂਧੀ ਨੇ। 31 ਦਸੰਬਰ 1929 ਨੂੰ ਕਿਸ ਨੇ ਲਾਹੌਰ ਵਿੱਚ ਰਾਵੀ ਨਦੀ ਦੇ ਕੰਢੇ ਤੇ ਤਿਰੰਗਾ ਲਹਿਰਾਇਆ? ਜਵਾਹਰ ਲਾਲ ਨਹਿਰੂ ਨੇ। 1913 ਈਸਵੀ ਵਿੱਚ ਮੁਸਲਿਮ ਲੀਗ ਵਿੱਚ ਸ਼ਾਮਲ ਹੋਣ ਵਾਲਾ ਰਾਸ਼ਟਰੀ ਨੇਤਾ ਕਿਹੜਾ ਸੀਗਾ? ਮੁਹੰਮਦ ਅਲੀ ਜਿਨਾਹ। ਜੂਨ 1947 ਵਿੱਚ ਭਾਰਤ ਦੀ 2 ਆਜ਼ਾਦ ਦੇਸ਼ਾਂ ਵਿੱਚ ਵੰਡ ਦੀ ਯੋਜਨਾ ਕਿਸ ਨੇ ਪੇਸ਼ ਕੀਤੀ? ਲਾਰਡ ਮਾਊਂਟਬੈਟਨ ਨੇ। ਡਾਂਡੀ ਯਾਤਰਾ ਦੇ ਦੌਰਾਨ ਪ੍ਰਸਿੱਧ ਗੀਤ ਰਘੁਪਤੀ ਰਾਘਵ ਰਾਜਾ ਰਾਮ ਕਿਹੜੇ ਪ੍ਰਸਿੱਧ ਸੰਗੀਤਕਾਰ ਦੁਆਰਾ ਗਾਇਆ ਗਿਆ? ਦਿਗੰਬਰ ਵਿਸ਼ਨੂੰ ਪਾਲੂਸਕਰ। ਕਰੋ ਜਾਂ ਮਰੋ ਦਾ ਨਾਰਾ ਕਿਸ ਨੇ ਦਿੱਤਾ? ਮਹਾਤਮਾ ਗਾਂਧੀ ਨੇ। ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ? ਐਨੀ ਬੇਸੈਂਟ। ਭਾਰਤੀ ਰਾਸ਼ਟਰੀ ਕਾਂਗਰਸ ਦਾ ਗਠਨ ਕਦੋਂ ਹੋਇਆ? 1885 ਵਿੱਚ। ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਪ੍ਰਧਾਨ ਕੌਣ ਸੀ? WC ਬੈਨਰਜੀ। ਭਾਰਤੀ ਰਾਸ਼ਟਰੀ ਕਾਂਗਰਸ ਨੇ ਸੰਪੂਰਨ ਸੁਤੰਤਰ ਦਾ ਆਪਣਾ ਟੀਚਾ ਕਦੋਂ ਘੋਸ਼ਿਤ ਕੀਤਾ? 1931 ਵਿੱਚ। ਦੇਸ਼ ਬੰਧੂ ਨੇ ਦੇ ਤੌਰ ਤੇ ਕਿਸ ਨੂੰ ਜਾਣਿਆ ਜਾਂਦਾ ਹੈ? CR ਦਾਸ ਨੂੰ। ਹੇਠ ਲਿਖਿਆਂ ਵਿੱਚੋਂ ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ ਹੈ?
ਦਾਦਾ ਭਾਈ ਨੌਰੰਜੀ ਨੂੰ। ਅਲੀਗੜ੍ਹ ਅੰਦੋਲਨ ਜਾਂ ਸਕੂਲ ਖਾਸ ਤੌਰ ਤੇ ਕਿਸ ਦੇ ਨਾਮ ਨਾਲ ਜੁੜਿਆ ਹੋਇਆ ਹੈ? ਸੈयद ਅਹਿਮਦ ਖਾਂ। ਭਾਰਤੀ ਪੁਨਰ ਜਾਗਰਤੀ ਦਾ ਪਿਤਾ, ਭਾਰਤੀ ਪੁਨਰ ਜਾਗਰਤੀ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਰਵਿੰਦਰਨਾਥ ਟੈਗੋਰ, ਰਾਜਾ ਰਾਮ ਮੋਹਨ ਰਾਏ ਨੂੰ। ਖਿਲਾਫਤ ਅੰਦੋਲਨ ਡੈਸ਼ ਦੁਆਰਾ ਸ਼ੁਰੂ ਕੀਤਾ ਗਿਆ? ਅਲੀ ਭਰਾਵਾਂ ਦੁਆਰਾ। ਹੋਮ ਰੂਲ ਲੀਗ ਦੀ ਸਥਾਪਨਾ ਕਿਸ ਨੇ ਕੀਤੀ? ਐਨੀ ਬੇਸੈਂਟ ਨੇ। ਮਾਰਚ 1930 ਵਿੱਚ ਗਾਂਧੀ ਜੀ ਨੇ ਸਿਵਲ ਨਾਫਰਮਾਨੀ ਅੰਦੋਲਨ ਡੈਸ਼ ਨਾਲ ਸ਼ੁਰੂ ਕੀਤਾ? ਸਾਡਾ ਆਨਸਰ ਕੀ ਆਊਗਾ? ਸੀ, ਡਾਂਡੀ ਮਾਰਚ ਨਾਲ। ਦੋ ਨੇਤਾਵਾਂ ਨੇ ਸਾਰੀਆਂ 3 ਗੋਲ ਮੇਜ਼ ਕਾਨਫਰੰਸਾਂ ਵਿੱਚ ਹਿੱਸਾ ਲਿਆ। ਇਹਨਾਂ ਵਿੱਚੋਂ ਇੱਕ ਤੇਜ ਬਹਾਦਰ ਸਪਰੂ ਸੀ, ਦੂਜਾ ਕੌਣ ਸੀ? MR ਜੈਕਾਰ। ਜਲਿਆਂਵਾਲਾ ਬਾਗ ਹੱਤਿਆਕਾਂਡ ਲਈ ਕੌਣ ਜ਼ਿੰਮੇਵਾਰ ਸੀ? ਜਨਰਲ ਡਾਇਰ। ਤੀਜੀ ਗੋਲ ਮੇਜ਼ ਕਾਨਫਰੰਸ ਕਦੋਂ ਹੋਈ? 1932 ਵਿੱਚ। ਭਾਰਤੀ ਸਮਾਜ ਸੇਵਕ ਸੁਸਾਇਟੀ ਦੀ ਸਥਾਪਨਾ 1905 ਵਿੱਚ ਕੀਤੀ। ਕਿਹਨੇ ਕੀਤੀ? ਏਓ ਹਿਊਮ ਨੇ। ਕਿਹੜੇ ਸਾਲ ਗਾਂਧੀ ਜੀ ਨੇ ਆਪਣੇ ਦੇਸ਼ ਅਤੇ ਲੋਕਾਂ ਦੀ ਸੇਵਾ ਕਰਨ ਦੀ ਲਈ ਦੱਖਣੀ ਅਫਰੀਕਾ ਤੋਂ ਵਾਪਸ ਆਏ? 1915 ਵਿੱਚ। ਭਾਰਤੀ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? 1906 ਵਿੱਚ। ਰਾਸ਼ਟਰਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਮਹਾਤਮਾ ਗਾਂਧੀ ਨੂੰ। ਸੱਤਿਆਗ੍ਰਹਿ ਦਾ ਪਹਿਲਾ ਪ੍ਰਯੋਗ 1917 ਵਿੱਚ ਡੈਸ਼ ਵਿਖੇ ਹੋਇਆ? ਚੰਪਾਰਨ। ਹੇਠ ਲਿਖਿਆਂ ਵਿੱਚੋਂ ਬਾਰਦੌਲੀ ਸੱਤਿਆਗ੍ਰਹਿ ਦਾ ਨੇਤਾ ਕੌਣ ਸੀ? ਸਰਦਾਰ ਪਟੇਲ। ਬ੍ਰਿਟੇਨ ਸਰਕਾਰ ਦੁਆਰਾ ਰੋਲਟ ਐਕਟ ਡੈਸ਼ ਵਿੱਚ ਪਾਸ ਕੀਤਾ ਗਿਆ? 1919 ਵਿੱਚ। ਬ੍ਰਿਟਿਸ਼ ਸਰਕਾਰ ਨੇ 1720 ਈਸਵੀ ਵਿੱਚ ਕੈਲਕੀਆ ਐਕਟ ਬਣਾਇਆ, ਜਿਸ ਦਾ ਉਦੇਸ਼ ਸੀ ਇੰਗਲੈਂਡ ਵਿੱਚ ਪ੍ਰਿੰਟਡ ਸੂਤੀ ਕੱਪੜੇ ਉੱਪਰ ਪਾਬੰਦੀ ਲਗਾਉਣਾ। ਬ੍ਰਿਟਿਸ਼ ਸਰਕਾਰ ਦੇ ਦੌਰਾਨ ਕਬੀਲਿਆਂ ਦੇ ਜੀਵਨ ਬਾਰੇ ਕਿਹੜਾ ਕਥਨ ਸਹੀ ਹੈ? ਜੰਗਲੀ ਵਿਭਾਗ ਦੁਆਰਾ ਬਹੁਤ ਸਾਰੇ ਖੇਤਰਾਂ ਵਿੱਚ ਜੰਗਲੀ ਪਿੰਡ ਬਣਾਏ ਹੋਏ ਹਨ ਜੋ ਸਸਤੀ ਮਜ਼ਦੂਰੀ ਤੇ ਉੱਪਰ ਮਜ਼ਦੂਰ ਮਿਲ ਸਕਣ। ਉਹ ਸੁਤੰਤਰਤਾ ਸੈਨਾਨੀ ਜਿਸ ਦੀ ਮਰਨ ਵਰਤ ਰੱਖਣ ਨਾਲ ਜੇਲ੍ਹ ਵਿੱਚ ਮੌਤ ਹੋ ਗਈ ਸੀ, ਉਸ ਦਾ ਨਾਂ ਕੀ ਸੀ? ਜਤਿਨ ਦਾਸ। ਕ੍ਰਾਂਤੀਕਾਰੀਆਂ ਦਾ ਗੁਪਤ ਸਮਾਜ ਜਿਸ ਦੀ ਸਥਾਪਨਾ VD ਸਾਵਰਕਰ ਦੁਆਰਾ 1904 ਈਸਵੀ ਵਿੱਚ ਕੀਤੀ ਗਈ, ਉਸ ਦਾ ਨਾਮ ਕੀ ਸੀ? ਅਭਿਨਵ ਭਾਰਤ। ਭਾਰਤ ਵਿੱਚ ਸੁਦੇਸ਼ੀ ਅੰਦੋਲਨ ਸ਼ੁਰੂ ਹੋਇਆ? ਕਦੋਂ ਸ਼ੁਰੂ ਹੋਇਆ? 1905 ਵਿੱਚ। ਗਾਂਧੀ ਜੀ ਦੁਆਰਾ ਸ਼ੁਰੂ ਕੀਤੇ ਗਏ ਹਫ਼ਤਾਵਾਰ ਰਸਾਲੇ ਦਾ ਨਾਮ ਕੀ ਸੀ? ਯੰਗ ਇੰਡੀਆ। ਅੱਧੀ ਰਾਤ ਨੂੰ ਜਦੋਂ ਸਾਰੀ ਦੁਨੀਆ ਸੌਂ ਰਹੀ ਹੋਵੇਗੀ, ਭਾਰਤ ਜ਼ਿੰਦਗੀ ਦੇ ਆਜ਼ਾਦੀ ਦੀ ਪ੍ਰਾਪਤੀ ਲਈ ਜਾਗੇਗਾ। ਇਹ ਸ਼ਬਦ ਕਿਸਨੇ ਕਹੇ? ਜਵਾਹਰ ਲਾਲ ਨਹਿਰੂ ਨੇ। ਮਹਾਤਮਾ ਗਾਂਧੀ ਦੀ ਗ੍ਰਿਫਤਾਰੀ ਤੋਂ ਬਾਅਦ ਨਮਕ ਸੱਤਿਆਗ੍ਰਹਿ ਅੰਦੋਲਨ ਦੀ ਵਾਗਡੋਰ ਕਿਸ ਨੇ ਸੰਭਾਲੀ? ਅब्बास ਤੈਬਾਜੀ ਨੇ। ਸਵਰਾਜ ਦੀ ਰਾਸ਼ਟਰੀ ਮੰਗ ਸਭ ਤੋਂ ਪਹਿਲਾਂ ਕੀਤੀ ਗਈ? BG ਤਿਲਕ ਦੁਆਰਾ। ਹੇਠ ਲਿਖਿਆਂ ਵਿੱਚੋਂ ਕੌਣ 1942 ਈਸਵੀ ਦੇ ਭਾਰਤ ਛੱਡੋ ਅੰਦੋਲਨ ਦੇ ਨਾਇਕਾ ਦੇ ਤੌਰ ਤੇ ਜਾਣੀ ਜਾਂਦੀ ਹੈ?
ਅਰੁਣਾ ਆਸਿਫ ਅਲੀ। ਸੁਭਾਸ਼ ਚੰਦਰ ਬੋਸ 1941 ਵਿੱਚ ਭਾਰਤ ਤੋਂ ਬਚ ਕੇ ਡੈਸ਼ ਚਲੇ ਗਏ ਜਰਮਨੀ। 1946 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਤੇ ਮੁਸਲਿਮ ਲੀਗ ਵਿਚਕਾਰ ਆਈ ਮੁੱਖ ਸਮੱਸਿਆ ਨੂੰ ਸੁਲਝਾਉਣ ਲਈ ਭਾਰਤ ਦਾ ਦੌਰਾ ਕਿਸ ਨੇ ਕੀਤਾ? ਕੈਬਨਿਟ ਮਿਸ਼ਨ ਨੇ। ਜਾਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ ਇਤਿਹਾਸਿਕ ਤੌਰ ਤੇ ਸੰਬੰਧਿਤ ਹੈ ਗਦਰ ਅੰਦੋਲਨ ਨਾਲ। ਭਾਰਤ ਵਿੱਚ ਉੱਘਰ ਰਾਸ਼ਟਰਵਾਦ ਲਹਿਰ ਦਾ ਪਿਤਾਮਾ ਕੌਣ ਸੀ? ਬਾਲ ਗੰਗਾਧਰ ਤਿਲਕ। ਗਾਂਧੀ ਜੀ ਦੇ ਨਮਕ ਸੱਤਿਆਗ੍ਰਹਿ ਦਾ ਅੰਤਿਮ ਉਦੇਸ਼ ਕੀ ਸੀ? ਸਰਕਾਰੀ ਸ਼ਕਤੀ ਨੂੰ ਘਟਾਉਣਾ। ਇਸ ਨਿਰਣੇ ਨੂੰ ਖਾਰਜ ਕਰਨਾ ਮੁਸ਼ਕਿਲ ਹੈ ਕਿ ਆਜ਼ਾਦੀ ਦੀ ਪਹਿਲੀ ਰਾਸ਼ਟਰੀ ਜੰਗ ਨਾ ਤਾਂ ਪਹਿਲੀ ਸੀ, ਨਾ ਹੀ ਰਾਸ਼ਟਰ ਲਈ ਅਤੇ ਨਾ ਹੀ ਆਜ਼ਾਦੀ ਲਈ। ਇਹ ਕਥਨ ਕਿਸ ਨੇ ਲਿਖਿਆ? ਪਿਛਲੇ ਸਾਲਾਂ ਦੇ ਵਿੱਚ ਆਇਆ ਹੋਇਆ ਕੁਐਸਚਨ ਨੇ ਹੁਣ ਇਹ। ਡਾਕਟਰ ਆਰ.ਸੀ. ਮਜ਼ੂਮਦਾਰ। 1908 ਈਸਵੀ ਦੌਰਾਨ ਇਲਾਹਾਬਾਦ ਵਿੱਚ ਹੋਈ ਭਾਰਤੀ ਰਾਸ਼ਟਰੀ ਕਾਂਗਰਸ ਦੇ ਇਜਲਾਸ ਦੀ ਪ੍ਰਧਾਨਗੀ ਕਰਨ ਵਾਲਾ ਸਭ ਤੋਂ ਪਹਿਲਾ ਅੰਗਰੇਜ਼ ਕੌਣ ਸੀ? ਜਾਰਜ ਯੂਲੇ। ਨਾ ਵਕੀਲ, ਨਾ ਅਪੀਲ, ਨਾ ਦਲੀਲ। ਇਹ ਕਿਸ ਗੱਲ ਵੱਲ ਇਸ਼ਾਰਾ ਕਰਦਾ ਹੈ? ਰੋਲਟ ਐਕਟ ਵੱਲ। ਸਭਾ ਸਿੰਘ ਲਹਿਰ ਮੋਟੇ ਤੌਰ ਤੇ ਕਦੋਂ ਸ਼ੁਰੂ ਹੋਈ? 19ਵੀਂ ਸਦੀ ਵਿੱਚ। ਬ੍ਰਿਟਿਸ਼ ਭਾਰਤ ਦਾ ਇਤਿਹਾਸ ਪੁਸਤਕ ਦਾ ਲੇਖਕ ਕੌਣ ਹੈ ਜੋ ਭਾਰਤ ਦੇ ਇਤਿਹਾਸ ਨੂੰ 3 ਕਾਲਾਂ ਹਿੰਦੂ, ਮੁਸਲਿਮ ਤੇ ਬ੍ਰਿਟਿਸ਼ ਵਿੱਚ ਵੰਡਦੀ ਹੈ? ਜੇਮਸ ਮਿਲ। ਅਸੀਂ ਪਸੰਦ ਕਰੀਏ ਜਾਂ ਨਾ ਕਰੀਏ, ਹੁਣ ਅਸੀਂ ਸੰਯੁਕਤ ਭਾਰਤੀ ਰਾਸ਼ਟਰ ਤੇ ਅਣ ਵੰਡੇ ਹਾਂ। ਇਹ ਸ਼ਬਦ ਕਿਸ ਨੇ ਕਹੇ? ਮੌਲਾਨਾ ਅਬੁਲ ਕਲਾਮ ਆਜ਼ਾਦ। ਪੂਰਨ ਸਮਝੌਤਾ 1932 ਸੀ। ਮਹਾਤਮਾ ਗਾਂਧੀ ਤੇ ਡਾਕਟਰ ਅੰਬੇਦਕਰ ਵਿਚਕਾਰ ਇੱਕ ਸੰਧੀ ਵਜੋਂ ਕੌਣ ਖਿਲਾਫਤ ਕਮੇਟੀ ਦਾ ਹਿੱਸਾ ਨਹੀਂ ਸੀ? ਐਮ.ਏ. ਜਿੰਨਾ। ਮਦਨ ਲਾਲ ਢੀਂਗਰਾ ਨੂੰ ਕਿੱਥੇ ਫਾਂਸੀ ਦਿੱਤੀ ਗਈ? ਲੰਦਨ ਵਿੱਚ। ਅਪ੍ਰੈਲ 1919 ਵਿੱਚ ਪੰਜਾਬ ਦਾ ਲੈਫਟੀਨੈਂਟ ਗਵਰਨਰ ਕੌਣ ਸੀ? ਮਾਈਕਲ ਓਡਾਇਰ। ਜਲਿਆਂਵਾਲਾ ਬਾਗ ਕਿਸ ਸ਼ਹਿਰ ਵਿੱਚ ਸਥਿਤ ਹੈ? ਅੰਮ੍ਰਿਤਸਰ। ਸਰ ਸੈਯਦ ਅਹਿਮਦ ਖਾਨ ਇਸ ਸ਼ਹਿਰ ਨਾਲ ਸੰਬੰਧਿਤ ਸੀ। ਕਿਹੜੇ ਸ਼ਹਿਰ ਨਾਲ ਸੰਬੰਧਿਤ ਸੀ? ਅਲੀਗੜ੍ਹ ਨਾਲ। ਬੰਗਾਲ ਦੀ ਵੰਡ ਕਦੋਂ ਹੋਈ? 1905 ਵਿੱਚ। ਸਾਈਮਨ ਕਮਿਸ਼ਨ ਕਿਉਂ ਗਠਿਤ ਹੋਇਆ? ਭਾਰਤ ਸਰਕਾਰ ਅਧਿਨਿਯਮ 1919 ਦੀ ਕਾਰਜਸ਼ੀਲਤਾ ਦੀ ਪੜਤਾਲ ਕਰਨ ਅਤੇ ਪ੍ਰਬੰਧਕੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਦੇ ਸੁਝਾਅ ਦੇਣ ਲਈ। ਗਾਂਧੀ ਇਰਵਨ ਸਮਝੌਤਾ ਕਦੋਂ ਹੋਇਆ? 5 ਮਾਰਚ ਨੂੰ। ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਦੋਂ ਹੋਇਆ? 1920 ਵਿੱਚ। ਤਾਂ ਇਹ ਬਹੁਤ ਸਾਰੇ ਕੁਐਸਚਨ ਨੇ ਜਿਹੜੇ ਤੁਹਾਨੂੰ ਪਿਛਲੇ ਸਾਲਾਂ ਦੇ ਆਏ ਹੋਏ ਕੁਐਸਚਨ ਨੇ। ਤਾਂ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ। ਬਣੇ ਰਹੋ ਚੈਨਲ ਦੇ ਨਾਲ ਤਾਂ ਕਿ ਨਵੀਆਂ ਜਿਹੜੀਆਂ ਗੱਲਾਂ ਨੇ ਤੁਹਾਨੂੰ ਪਤਾ ਲੱਗ ਸਕਣ। ਨਵੇਂ MCQs ਤੇ ਜਿਹੜਾ ਥਿਊਰੀ ਪੋਰਸ਼ਨ ਆ ਉਹ ਅਸੀਂ ਕਰਾਂਗੇ। ਓਕੇ, ਥੈਂਕਸ।